हेलो वेलकम टू कॉमन क्लास। हाँ जी स्टूडेंट्स, पिछली वीडियो ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਭਾਰਤੀ ਸੰਵਿਧਾਨ ਦੇ ਮੇਨ ਫੀਚਰਸ ਉਹ ਦੱਸੇ ਸੀ। ਉਹਨਾਂ ਦੇ ਮੇਨ ਫੀਚਰ ਦੇ ਵਿੱਚੋਂ ਇੱਕ ਤੁਹਾਨੂੰ ਪ੍ਰੋਵੀਜ਼ਨ ਦੱਸੀ ਸੀ ਫੰਡਾਮੈਂਟਲ ਰਾਈਟਸ ਦੀ, ਨਾਗਰਿਕਾਂ ਦੇ ਮੁੱਢਲੇ ਅਧਿਕਾਰ। ਉਹ ਜਿਹੜੇ ਕਿਹੜੇ ਮੁੱਢਲੇ ਅਧਿਕਾਰ ਨੇ, ਕਿਹੜੇ ਫੰਡਾਮੈਂਟਲ ਰਾਈਟਸ ਨੇ, ਉਹਦਾ ਟੌਪਿਕ ਅੱਜ ਲੈ ਕੇ ਆਇਆ। ਉਹਨੂੰ ਮੈਂ ਐਕਸਪਲੇਨ ਕਰਨ ਲੱਗਾ ਤੁਹਾਨੂੰ, ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਬੈਠ ਜਾਣ, ਤੁਹਾਨੂੰ ਸਮਝ ਲੱਗੇ। ਵੇਖੋ ਜੀ, ਫੰਡਾਮੈਂਟਲ ਰਾਈਟਸ ਜਿਹੜੇ ਨੇ ਸਾਡੇ ਭਾਰਤੀ ਸੰਵਿਧਾਨ ਨੇ 6 ਫੰਡਾਮੈਂਟਲ ਰਾਈਟਸ ਮੇਨ ਜਿਨ੍ਹਾਂ ਦੀ ਵਿਵਸਥਾ ਕੀਤੀ ਗਈ ਹੈ ਭਾਰਤੀ ਸੰਵਿਧਾਨ ਦੇ ਵਿੱਚ। ਪਹਿਲਾ ਜੀ ਸਾਡਾ ਹੈਗਾ ਜੀ ਮੇਨ ਸਮਾਨਤਾ ਦਾ ਅਧਿਕਾਰ, ਰਾਈਟ ਟੂ ਇਕੁਐਲਿਟੀ। ਸਮਾਨਤਾ ਮਤਲਬ ਬਰਾਬਰਤਾ, ਇਕੁਐਲਿਟੀ। ਜਿਹੜਾ ਭਾਰਤੀ ਸੰਵਿਧਾਨ ਦਾ ਆਰਟੀਕਲ 14 ਤੋਂ ਲੈ ਕੇ ਆਰਟੀਕਲ 18, 14 ਤੋਂ ਲੈ ਕੇ 18 ਤੱਕ ਹੈ, ਜਿਹੜੇ ਆਰਟੀਕਲਸ ਨੇ ਉਹ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਨੇ। ਔਰ ਆਰਟੀਕਲ 14 ਤੋਂ ਲੈ ਕੇ 18 ਦੇ ਵਿੱਚ ਸਾਡੇ ਸਮਾਨਤਾ ਜਿਹੜੀ ਹੈ ਦਿੱਤੀ ਗਈ ਹੈ। ਕਿਹੜੀ ਸਮਾਨਤਾ ਵਾ? ਪਹਿਲੀ ਤਾਂ ਇਹ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ ਹੈ, ਕਿ ਸਾਰੇ ਨਾਗਰਿਕ ਜਿਹੜੇ ਨੇ ਕਾਨੂੰਨ ਦੇ ਸਾਹਮਣੇ ਸਮਾਨ ਹਨ। ਜਿਹੜਾ ਕਾਨੂੰਨ ਹੈ, ਉਹ ਦੇਸ਼ ਦਾ ਜਿਹੜਾ ਕਾਨੂੰਨ ਹੈ, ਉਹ ਕਿਸੇ ਵੀ ਨਾਗਰਿਕ ਦੇ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰ ਸਕਦਾ। ਆਰਟੀਕਲ 13 ਤੋਂ ਲੈ ਕੇ 13, 14, 15, 16, 17 ਅਤੇ 18। ਆਰਟੀਕਲ 13 ਜਿਹੜਾ ਹੈ ਉਹ ਕੀ ਕਰਦਾ ਵਾ? ਫੰਡਾਮੈਂਟਲ ਰਾਈਟਸ ਨੂੰ ਐਕਸਪਲੇਨ ਕਰਦਾ ਹੈ। ਆਰਟੀਕਲ 14 ਕੀ ਹੈ? ਆਰਟੀਕਲ 14 ਦੱਸਦਾ ਵਾ, ਗਰੰਟੀ ਦਿੰਦਾ ਇਸ ਗੱਲ ਦੀ ਕਿ ਆਪਾਂ ਸਾਰੇ ਜਿਹੜੇ ਨੇ, ਸਾਰੇ ਨਾਗਰਿਕ ਭਾਰਤ ਦੇ, ਹਿੰਦੁਸਤਾਨ ਦੇ ਸਾਰੇ ਨਾਗਰਿਕ ਜਿਹੜੇ ਨੇ ਕਾਨੂੰਨ ਦੇ ਸਾਹਮਣੇ ਬਰਾਬਰ ਨੇ, ਅਤੇ ਕਾਨੂੰਨ ਜਿਹੜਾ ਵਾ ਸਾਰੇ ਨਾਗਰਿਕਾਂ ਨਾਲ ਇੱਕੋ ਜਿਹਾ ਵਿਵਹਾਰ ਕਰੇਗਾ, ਇੱਕੋ ਜਿਹਾ ਹੀ ਜਿਹੜਾ ਉਹਨਾਂ ਨਾਲ ਇਨਸਾਫ ਕੀਤਾ ਜਾਏਗਾ। ਆਰਟੀਕਲ 15 ਕੀ ਕਰਦਾ ਵਾ ਕਿ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ, ਕਿਸੇ ਤਰ੍ਹਾਂ ਦਾ ਵਿਤਕਰਾ ਜਿਹੜਾ ਵਾ ਕਿਸੇ ਵਿਅਕਤੀ ਦੇ ਨਾਲ, ਕਿ ਉਹਦੇ ਧਰਮ ਦੇ ਆਧਾਰ 'ਤੇ, ਉਹਦੀ ਰੇਸ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ, ਸੈਕਸ ਦੇ ਆਧਾਰ 'ਤੇ ਜਾਂ ਪਲੇਸ ਆਫ ਬਰਥ ਦੇ ਆਧਾਰ 'ਤੇ ਕਿਸੇ ਤਰ੍ਹਾਂ ਦਾ ਵਿਤਕਰਾ ਕਰਨ ਦੀ ਮਨਾਹੀ ਕਰਦਾ ਵਾ। ਆਰਟੀਕਲ 16 ਇਕੁਐਲਿਟੀ ਆਫ ਓਪਰਚੁਨਿਟੀ ਇਨ ਮੈਟਰ ਆਫ ਪਬਲਿਕ ਇੰਪਲੋਇਮੈਂਟ। ਵੀ ਆਰਟੀਕਲ 16 ਕੀ ਦੱਸਦਾ ਵਾ ਕਿ ਕੋਈ ਵੀ ਜਿਹੜਾ ਨਾਗਰਿਕ ਹੈ, ਕੋਈ ਵੀ ਸਿਟੀਜ਼ਨ ਹੈ ਭਾਰਤ ਦਾ, ਉਹਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਨੌਕਰੀ ਦੇ ਵਿੱਚ ਜਿਹੜੀ ਹੈ ਉਹਨੂੰ ਅਪਲਾਈ ਕਰਨ ਦੀ, ਉਹਨੂੰ ਮੌਕੇ ਦੀ ਜਿਹੜੀ ਹੈ ਬਰਾਬਰਤਾ ਹੈ। ਕਿਸੇ ਤਰ੍ਹਾਂ ਦਾ ਉਸ ਕਿਸੇ ਨਾਗਰਿਕ ਦੇ ਨਾਲ ਜਾਤ, ਧਰਮ ਜਾਂ ਉਹਦੇ ਅਧਿਕਾਰ 'ਤੇ, ਰੰਗ ਦੇ ਆਧਾਰ 'ਤੇ ਉਹਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। ਆਰਟੀਕਲ 17 ਅਨੁਸਾਰ ਜਿਹੜੀ ਅਨਟੱਚੇਬਿਲਿਟੀ ਜਿਹੜੀ ਆ, ਛੂਤ ਛਾਤ ਦੀ ਜਿਹੜੀ ਮਨਾਹੀ ਕੀਤੀ ਗਈ ਹੈ, ਉਹ ਆਰਟੀਕਲ 17 ਦੇ ਵਿੱਚ ਹੈ। ਆਰਟੀਕਲ 18 ਕੀ ਕਹਿੰਦਾ? ਅਬੋਲਿਸ਼ਿਸ ਟਾਈਟਲਸ। ਟਾਈਟਲ ਜਿਹੜੇ ਹੁੰਦੇ ਨੇ ਕਿਸੇ ਤਰ੍ਹਾਂ ਦੇ, ਆਪਾਂ ਜਿਹੜੇ ਕਿਸੇ ਦੇ ਨਾਮ ਅੱਗੇ ਕੋਈ ਸਪੈਸ਼ਲ ਟਾਈਟਲਸ, ਜਿਵੇਂ ਕੋਈ ਰਾਜਕੁਮਾਰ ਜਾਂ ਰਾਜਾ, ਜੇ ਕੋਈ ਰਾਜ ਘਰਾਣੇ ਨਾਲ ਸੰਬੰਧਿਤ ਹੈ ਤਾਂ ਆਪਣੇ ਨਾਂ ਦੇ ਅੱਗੇ ਆਪਣੇ ਰਾਜ ਘਰਾਣੇ ਦਾ ਜਿਹੜਾ ਆਪਣਾ ਟਾਈਟਲ ਜਿਹੜਾ ਉਹ ਨਹੀਂ ਲਾ ਸਕਦਾ। ਉਹ ਆਰਟੀਕਲ 18 ਜਿਹੜਾ ਵਾ ਉਹ ਟਾਈਟਲਸ ਨੂੰ ਖਤਮ ਕਰਦਾ ਹੈ। ਦੂਸਰਾ ਹੈ ਜੀ ਸਮਾਨਤਾ ਦੇ ਅਧਿਕਾਰ ਤੋਂ ਬਾਅਦ ਆ ਗਿਆ ਆਜ਼ਾਦੀ ਦਾ ਅਧਿਕਾਰ। ਕਿਵੇਂ ਦੀ, ਕਿਸ ਤਰ੍ਹਾਂ ਦੀ ਆਜ਼ਾਦੀ ਹੈ ਸਾਨੂੰ? ਇਹ ਆਰਟੀਕਲ ਜਿਹੜਾ ਹੈ ਅਨੁਛੇਦ 19 ਤੋਂ ਲੈ ਕੇ 22 ਤੱਕ ਦੇ ਵਿੱਚ, ਆਰਟੀਕਲ 19 ਤੋਂ ਲੈ ਕੇ 22 ਦੇ ਵਿੱਚ ਇਹ ਜਿਹੜਾ ਵਾ ਵਿਆਖਿਆ ਕੀਤੀ ਗਈ ਹੈ, ਐਕਸਪਲੇਨ ਕੀਤਾ ਗਿਆ ਵਾ ਕਿ ਆਪਾਂ ਆਜ਼ਾਦ ਹਾਂ। ਅਤੇ ਕਿਵੇਂ ਤਰ੍ਹਾਂ ਦੀ ਆਜ਼ਾਦੀ ਹੈ? ਭਾਸ਼ਣ ਦੇਣ ਦੀ ਆਜ਼ਾਦੀ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ। ਆਪਾਂ ਨੂੰ ਆਪਣੇ ਜਿਹੜੀ ਫੀਲਿੰਗ ਹੈ, ਆਪਣੇ ਜਿਹੜੇ ਥਾਟਸ ਨੇ ਉਹ ਐਕਸਪ੍ਰੈਸ ਕਰਨ ਦੀ ਆਜ਼ਾਦੀ ਹੈ। ਹਥਿਆਰਾਂ ਤੋਂ ਬਿਨਾਂ ਸ਼ਾਂਤਮਈ ਰੂਪ ਵਿੱਚ ਇਕੱਠੇ ਹੋਣ ਦੀ ਆਜ਼ਾਦੀ ਹੈ। ਯੂਨੀਅਨਸ, ਫਾਰਮੇਸ਼ਨ ਆਫ ਯੂਨੀਅਨ, ਸਮੂਹ ਬਣਾ ਸਕਦੇ ਹਾਂ, ਸੰਘ ਸਥਾਪਿਤ ਕਰਨ ਦੀ ਆਜ਼ਾਦੀ ਹੈ। ਸਾਰੇ ਭਾਰਤ ਵਿੱਚ ਤੁਰਨ ਫਿਰਨ ਦੀ ਆਜ਼ਾਦੀ ਹੈ, ਕਿਤੇ ਵੀ ਆਪਾਂ ਘੁੰਮ ਫਿਰ ਸਕਦੇ ਹਾਂ। ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਕਿਤੇ ਵੀ ਆਪਾਂ ਘਰ ਬਣਾ ਸਕਦੇ ਹਾਂ, ਘਰ ਬਣਾਉਣ ਦੀ ਜਾਂ ਰਹਿਣ ਦੀ ਆਜ਼ਾਦੀ ਹੈ। ਔਰ ਕੋਈ ਵੀ ਕਾਰੋਬਾਰ ਕਰਨ ਦੀ ਆਜ਼ਾਦੀ ਹੈ। ਕਾਰੋਬਾਰ ਮਤਲਬ ਜਿਸ ਕਾਰੋਬਾਰ ਦੀ ਭਾਰਤੀ ਸੰਵਿਧਾਨ ਇਜਾਜ਼ਤ ਦਿੰਦਾ ਹੈ, ਉਹ ਕਾਰੋਬਾਰ ਆਪਾਂ ਕੋਈ ਵੀ ਕਰ ਸਕਦੇ ਹਾਂ, ਉਹ ਕੰਮ ਸਾਨੂੰ ਕਰਨ ਦੀ ਆਜ਼ਾਦੀ ਹੈ।
ਆਰਟੀਕਲ 19 ਜਿਹੜਾ ਕੀ ਕਰਦਾ, ਗਰੰਟੀ ਦਿੰਦਾ ਸਾਨੂੰ ਫਰੀडम ऑफ स्पीच, फ्रीडम टू असैम्बल पीसफुली, ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੰਦਾ ਹੈ ਤੇ ਇਕੱਠੇ ਹੋਣ ਦੀ ਆਜ਼ਾਦੀ ਦਿੰਦਾ ਹੈ। ਆਰਟੀਕਲ 19 ਕਹਿੰਦਾ। ਆਰਟੀਕਲ 20 ਕੀ ਕਹਿੰਦਾ ਵਾ, that no person shall be convicted for any offence except the violation of the law in force, ਕਹਿੰਦਾ ਵੀ ਜਿੰਨਾ ਚਿਰ ਤੱਕ ਕੋਈ ਕਾਨੂੰਨ ਦਾ ਉਲੰਘਣਾ ਨਹੀਂ ਕਰਦਾ ਉਹਨਾਂ ਚਿਰ ਉਹਦੇ 'ਤੇ ਕੋਈ ਕਿਸੇ ਕਿਸਮ ਦਾ ਜਿਹੜਾ ਵਾ ਆਪਾਂ ਦੋਸ਼ ਨਹੀਂ ਲਗਾ ਸਕਦਾ ਸਰਕਾਰ ਜਾਂ ਕਾਨੂੰਨ। ਆਰਟੀਕਲ 21 ਕੀ ਕਹਿੰਦਾ ਵਾ ਕਿ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਵਾ ਉਹਨੂੰ ਪਰਸਨਲ ਆਜ਼ਾਦੀ, ਉਹਦੀ ਜਿਹੜੀ ਨਿੱਜੀ ਆਜ਼ਾਦੀ ਤੋਂ ਜਾਂ ਉਹਦੀ ਲਾਈਫ ਤੋਂ ਉਹਨੂੰ ਡਿਪਰਾਈਵ ਨਹੀਂ ਕੀਤਾ ਜਾ ਸਕਦਾ। ਆਰਟੀਕਲ 22 ਕਹਿੰਦਾ ਵਾ ਕਿ ਜੇ ਕਿਸੇ ਵਿਅਕਤੀ ਨੂੰ ਅਰੈਸਟ ਕੀਤਾ ਜਾਂਦਾ, ਪੁਲਿਸ ਕਿਸੇ ਵਿਅਕਤੀ ਨੂੰ ਅਰੈਸਟ ਕਰਦੀ ਆ, ਗ੍ਰਿਫਤਾਰ ਕਰਦੀ ਹੈ, ਤੇ ਉਹਨੂੰ ਉਸ ਬੰਦੇ ਕੋਲ, ਉਸ ਵਿਅਕਤੀ ਕੋਲ ਪੂਰਨ ਅਧਿਕਾਰ ਹੈ ਕਿ ਉਹ ਪੁਲਿਸ ਨੂੰ ਆਪਣੀ ਗ੍ਰਿਫਤਾਰੀ ਦਾ ਕਾਰਨ ਪੁੱਛ ਸਕੇ। ਇਹ ਆਰਟੀਕਲ 22 ਦੇ ਅਨੁਸਾਰ ਹੈ। ਅੱਗੇ ਜੀ ਸ਼ੋਸ਼ਣ ਵਿਰੋਧੀ ਅਧਿਕਾਰ ਹੈ। ਤੀਸਰਾ ਜਿਹੜਾ ਰਾਈਟ ਹੈ, ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਜਿਹੜਾ ਇਹ ਰਾਈਟ ਹੈ, ਇਹ ਸਾਡਾ ਅਧਿਕਾਰ ਹੈ। ਇਹ ਕਿਸੇ ਕਿਸਮ ਦੀ ਜਿਹੜੀ ਐਕਸਪਲੋਇਟੇਸ਼ਨ ਆ, ਸ਼ੋਸ਼ਣ ਆ, ਉਹਦੀ ਮਨਾਹੀ ਕੀਤਾ ਜਾਂਦਾ ਹੈ, ਕਰਦਾ ਹੈ। ਸ਼ੋਸ਼ਣ ਕਿਸ ਤਰ੍ਹਾਂ ਦਾ ਕਿ ਜਿਵੇਂ ਕੋਈ ਸਾਨੂੰ ਬਿਨਾਂ ਕੰਮ ਤੋਂ, ਬਿਨਾਂ ਵੇਤਨ ਤੋਂ, ਬਿਨਾਂ ਤਨਖਾਹ ਤੋਂ ਕੰਮ ਕਰਵਾਉਂਦਾ ਹੈ, ਜਾਂ ਕਿਸੇ ਵੀ ਬੱਚੇ ਨੂੰ ਬਾਲ ਉਮਰ ਦੇ ਵਿੱਚ ਉਸ ਤੋਂ ਮਜ਼ਦੂਰੀ ਕਿਸੇ ਕਾਰਖਾਨੇ ਵਿੱਚ ਜਾਂ ਕਿਸੇ ਕੰਮ 'ਚ ਕਰਵਾਈ ਜਾ ਸਕੇ, ਜਿਸ ਕਰਕੇ ਉਸ ਬੱਚੇ ਦੀ ਡਿਵੈਲਪਮੈਂਟ, ਉਹਦੇ ਵਿਕਾਸ 'ਤੇ ਫਰਕ ਪਵੇ, ਉਸ ਚੀਜ਼ ਦੀ ਸ਼ੋਸ਼ਣ ਦੀ ਮਨਾਹੀ ਕਰਦਾ ਹੈ। ਆਰਟੀਕਲ 23 ਤੋਂ 24 ਦੇ ਵਿੱਚ ਸ਼ੋਸ਼ਣ ਵਿਰੁੱਧ ਅਧਿਕਾਰ ਜਿਹੜਾ ਤੀਸਰਾ ਸਾਨੂੰ ਰਾਈਟਸ ਮਿਲਿਆ ਹੈ। ਆਰਟੀਕਲ 23 ਜਿਹੜਾ ਵਾ ਉਹ ਬਾਉਂਡ ਲੇਬਰ ਜਿਹੜੀ ਹੈ, ਜਬਰੀ ਮਜ਼ਦੂਰੀ ਜਿਹੜੀ ਹੈ, ਜ਼ਬਰਦਸਤੀ ਮਜ਼ਦੂਰੀ ਦੀ ਮਨਾਹੀ ਕਰਦਾ ਹੈ, ਅਤੇ ਹਿਊਮਨ ਟਰੈਫਿਕਿੰਗ ਦੀ, ਮਨੁੱਖੀ ਜਿਹੜੀ ਤਸਕਰੀ ਆ, ਉਹਦੀ ਮਨਾਹੀ ਕਰਦਾ। ਆਰਟੀਕਲ 24 ਜਿਹੜਾ ਵਾ ਉਹ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮਕਾਰ 'ਤੇ ਲਾਉਣ ਦੀ ਮਨਾਹੀ ਕਰਦਾ ਹੈ। ਆਰਟੀਕਲ 25 ਜਿਹੜਾ ਹੈ, ਫਰੀडम ऑफ कंसाइंस एंड फ्रीडम ऑफ प्रोफैशन, ਵੀ ਕਿਸੇ ਵੀ ਤਰ੍ਹਾਂ ਦਾ ਪ੍ਰੋਫੈਸ਼ਨ, ਕਿਸੇ ਵੀ ਤਰ੍ਹਾਂ ਦਾ ਜਿਹੜਾ ਕਿੱਤਾ ਵਾ, ਜਿਸ ਕਿੱਤੇ ਦੀ, ਜਿਸ ਕਾਰੋਬਾਰ ਦੀ ਭਾਰਤੀ ਸੰਵਿਧਾਨ ਇਜਾਜ਼ਤ ਦਿੰਦਾ ਹੈ, ਉਹ ਕਰਨ ਦੀ ਸਾਨੂੰ ਆਜ਼ਾਦੀ ਦਿੰਦਾ ਹੈ। ਨੈਕਸਟ ਹੈ ਜੀ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਰਾਈਟ ਟੂ ਫਰੀडम ਆਫ ਰਿਲੀਜਨ। ਇਹ ਜਿਹੜਾ ਰਾਈਟ ਹੈ, ਧਾਰਮਿਕ ਸੁਤੰਤਰਤਾ ਅਧਿਕਾਰ ਜਿਹੜਾ ਹੈ, ਇਹ ਸਾਨੂੰ ਕਿਸੇ ਵੀ ਧਰਮ ਨੂੰ ਮੰਨਣ ਦੀ ਆਜ਼ਾਦੀ ਦਿੰਦਾ ਹੈ, ਕਿਸੇ ਵੀ ਧਰਮ ਦਾ ਆਪਾਂ ਪ੍ਰਚਾਰ ਕਰਨ ਦੀ ਆਜ਼ਾਦੀ ਦਿੰਦਾ ਹੈ। ਆਰਟੀਕਲ 25 ਕਹਿੰਦਾ ਕਿ ਕੋਈ ਵੀ ਜਿਹੜਾ ਧਰਮ ਹੈ ਉਹਨੂੰ ਆਪਾਂ ਪ੍ਰੈਕਟਾਈਜ਼ ਕਰ ਸਕਦੇ ਹਾਂ, ਉਹਨੂੰ ਅਪਣਾ ਸਕਦੇ ਹਾਂ, ਅਤੇ ਉਹਦਾ ਆਪਾਂ ਪ੍ਰਚਾਰ ਕਰ ਸਕਦੇ ਹਾਂ। ਜਿਹੜਾ ਆਰਟੀਕਲ 26 ਹੈ, 26 ਅਨੁਛੇਦ, ਉਹ ਸਾਨੂੰ ਫਰੀडम ਟੂ ਮੈਨੇਜ ਰਿਲੀਜੀਅਸ ਅਫੇਅਰ, ਧਾਰਮਿਕ ਮਸਲਿਆਂ ਦਾ ਪ੍ਰਬੰਧ ਕਰਨ ਦੀ ਆਜ਼ਾਦੀ ਦਿੰਦਾ ਹੈ। ਆਰਟੀਕਲ 27 ਜਿਹੜਾ ਉਹ ਆਜ਼ਾਦੀ, ਪੇਮੈਂਟ ਆਫ ਟੈਕਸਿਸ ਫॉर ਪ੍ਰਮੋਸ਼ਨ ਆਫ ਰਿਲੀਜੀਅਸ ਅਫੇਅਰਸ, ਵੀ ਧਾਰਮਿਕ ਮਸਲਿਆਂ ਨੂੰ ਆਪਾਂ ਪ੍ਰਮੋਸ਼ਨ ਕਰਨੀ ਆ, ਉਹਨਾਂ ਦਾ ਵਿਸਤਾਰ ਕਰਨਾ ਵਾ, ਉਹਨਾਂ ਦਾ ਆਪਾਂ ਪ੍ਰਚਾਰ ਕਰਨਾ ਵਾ। ਪੇਮੈਂਟ ਆਫ ਟੈਕਸਿਸ ਜਿਹੜੀ ਹੈ ਉਹਦੇ 'ਤੇ ਉਹ ਦੇਣ ਦੀ ਸਾਨੂੰ ਆਜ਼ਾਦੀ ਦਿੰਦਾ ਹੈ। ਅੱਗੇ ਜੀ ਸਾਡੇ ਕੋਲ ਹੈਗਾ ਜੀ ਵਿਦਿਅਕ ਅਤੇ ਸੱਭਿਆਚਾਰਕ ਅਧਿਕਾਰ ਹੈ। ਐਜੂਕੇਸ਼ਨਲ ਰਾਈਟਸ, ਵਿਦਿਅਕ ਅਤੇ ਸੱਭਿਆਚਾਰਕ ਅਧਿਕਾਰ, ਐਜੂਕੇਸ਼ਨਲ ਐਂਡ ਕਲਚਰਲ ਰਾਈਟਸ। ਇਹ ਕੀ ਕਹਿੰਦਾ ਕਿ ਹਰੇਕ ਜਿਹੜਾ ਸੰਪਰਦਾਇ ਹੈ, ਕੋਈ ਕਮਿਊਨਿਟੀ ਹੈ, ਉਹਨੂੰ ਆਪਣੀ ਭਾਸ਼ਾ ਜਾਂ ਆਪਣੀ ਲਿਪੀ ਅਤੇ ਆਪਣਾ ਕਲਚਰ ਜਿਹੜਾ ਵਾ ਉਹਨੂੰ ਬਚਾ ਕੇ ਰੱਖਣ ਦੀ ਆਜ਼ਾਦੀ ਹੈ, ਕੰਜ਼ਰਵ ਕਰਨ ਦੀ ਆਜ਼ਾਦੀ ਹੈ, ਅਤੇ ਉਹਦਾ ਵਿਕਾਸ ਕਰਨ ਦਾ ਅਧਿਕਾਰ ਹੈ। ਸਰਕਾਰੀ ਵਿਦਿਅਕ ਸੰਸਥਾਵਾਂ ਵੱਲੋਂ ਦਿੱਤੀ ਜਾਂਦੀ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਨੂੰ ਕਿਸੇ ਵੀ ਧਰਮ, ਭਾਸ਼ਾ ਜਾਂ ਜਾਤੀ ਦੇ ਆਧਾਰ 'ਤੇ ਦਾਖਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
मतलब कि कोई भी विद्यार्थी ਜਿਹੜਾ ਸਰਕਾਰੀ ਸਕੂਲ ਜਾਂ ਸਰਕਾਰੀ ਕਾਲਜ ਵਿੱਚ ਐਜੂਕੇਸ਼ਨ ਲੈਣਾ ਚਾਹੁੰਦਾ ਹੈ ਉਸ ਨਾਲ ਧਾਰਮਿਕ ਆਧਾਰ 'ਤੇ ਜਾਂ ਉਹਦੀ ਜਾਤ ਪਾਤ ਦੇ ਆਧਾਰ 'ਤੇ ਜਾਂ ਰੰਗ ਦੇ ਆਧਾਰ 'ਤੇ ਉਹਨੂੰ ਮਨਾਹੀ ਨਹੀਂ ਕੀਤੀ ਜਾ ਸਕਦੀ। ਇਸ ਗੱਲ ਦੀ ਤੇ ਆਜ਼ਾਦੀ ਦਿੰਦਾ ਹੈ ਭਾਰਤੀ ਸੰਵਿਧਾਨ। ਆਰਟੀਕਲ 29 ਤੋਂ 30 ਦੇ ਵਿੱਚ ਵਿਦਿਅਕ ਅਤੇ ਸੱਭਿਆਚਾਰਕ ਅਧਿਕਾਰਾਂ ਦਾ ਜਿਹੜਾ ਵਾ ਵਿਸਥਾਰ ਵਿੱਚ ਵਿਆਖਿਆ ਕੀਤੀ ਗਈ ਹੈ। ਆਰਟੀਕਲ 29 ਕਹਿੰਦਾ ਵਾ ਕਿ ਕੋਈ ਵੀ ਸਿਟੀਜ਼ਨ ਜਿਹਦੀ ਵੱਖਰੀ ਭਾਸ਼ਾ ਵੱਖਰਾ ਕਲਚਰ ਹੈ ਉਹਨੂੰ ਰਾਈਟ ਹੈ, ਉਹਨੂੰ ਇਹ ਹੱਕ ਹੈ ਕਿ ਉਹ ਆਪਣੇ ਵੱਖਰੀ ਭਾਸ਼ਾ ਅਤੇ ਆਪਣੇ ਸੱਭਿਆਚਾਰ ਨੂੰ ਉਹ ਕੰਜ਼ਰਵ ਕਰ ਸਕੇ, ਆਪਣੇ ਸੱਭਿਆਚਾਰ ਨੂੰ ਬਚਾ ਕੇ ਰੱਖ ਸਕੇ ਅਤੇ ਉਹਨੂੰ ਪ੍ਰੋਫੈਸ ਕਰ ਸਕੇ। ਐਜੂਕੇਸ਼ਨਲ ਰਾਈਟਸ ਹੈ, ਉਹ ਐਜੂਕੇਸ਼ਨਲ ਇੰਸਟੀਚਿਊਟਸ ਵੀ ਬਣਾ ਸਕਦਾ ਵਾ ਅਤੇ ਉਹਨੂੰ ਮੇਨਟੇਨ ਵੀ ਕਰ ਸਕਦਾ। ਆਰਟੀਕਲ 30 gives right to minorities to establish and administer educational institute। ਆਰਟੀਕਲ 30 ਜਿਹੜਾ ਵਾ ਉਹ ਮਾਈਨੋਰਟੀਜ਼ ਘੱਟ ਗਿਣਤੀ ਨੂੰ ਇਸ ਗੱਲ ਦੀ ਮਤਲਬ ਆਜ਼ਾਦੀ ਦਿੰਦਾ ਵਾ ਕਿ ਉਹ ਆਪਣੀ ਇੱਛਾ ਅਨੁਸਾਰ ਵਿਦਿਅਕ ਸੰਸਥਾਵਾਂ ਸਥਾਪਿਤ ਕਰ ਸਕਣ, ਸਕੂਲ ਖੋਲ੍ਹ ਸਕਣ, ਕਾਲਜ ਖੋਲ੍ਹ ਸਕਣ। ਧਰਮ ਦੇ ਆਧਾਰ 'ਤੇ ਆਪਣੀਆਂ ਘੱਟ ਗਿਣਤੀਆਂ ਵਾਸਤੇ ਸਕੂਲ ਖੋਲ੍ਹ ਸਕਦੇ ਨੇ। ਨੰਬਰ 6 ਸਾਡੇ ਕੋਲ ਹੈ ਜੀ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਆਰਟੀਕਲ 32 ਆਰਟੀਕਲ 32 ਕੀ ਕਹਿੰਦਾ? ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਸੰਵਿਧਾਨਿਕ ਉਪਚਾਰਾਂ ਦਾ ਕੀ ਮਤਲਬ ਹੈ? ਰੈਮਡੀਜ਼, ਕੰਸਟੀਟਿਊਸ਼ਨਲ ਰੈਮਡੀਜ਼, ਰਾਈਟ ਟੂ ਕੰਸਟੀਟਿਊਸ਼ਨਲ ਰੈਮਡੀਜ਼। ਇਹ ਬੜਾ ਹੀ ਸਮਝਣ ਵਾਲੀ ਗੱਲ ਹੈ ਕਿ ਸੰਵਿਧਾਨਿਕ ਉਪਚਾਰਾਂ ਦਾ ਕੀ ਮਤਲਬ ਹੈ ਔਰ ਰਾਈਟ ਟੂ ਕੰਸਟੀਟਿਊਸ਼ਨਲ ਰੈਮਡੀਜ਼ ਦਾ ਕੀ ਮਤਲਬ ਹੈ। ਕਿ ਜਿਹੜੇ ਪਿਛਲੇ ਆਪਾਂ 5 ਰਾਈਟਸ ਜਿਹੜੇ ਤੁਹਾਨੂੰ ਸੰਵਿਧਾਨ ਨੇ ਦਿੱਤੇ ਨੇ, 5 ਮੁੱਢਲੇ ਅਧਿਕਾਰ ਭਾਰਤੀ ਸੰਵਿਧਾਨ ਨੇ ਦਿੱਤੇ ਨੇ, ਫੰਡਾਮੈਂਟਲ ਰਾਈਟਸ, ਉਹਨਾਂ ਰਾਈਟਸ ਨੂੰ ਕਿਸੇ ਤਰ੍ਹਾਂ ਐਕਸਪਲੋਇਟੇਸ਼ਨ ਹੁੰਦੀ ਹੈ ਜਾਂ ਕੋਈ ਸਰਕਾਰ ਜਿਹੜੀ ਆ ਪਿਛਲੇ ਜਿਹੜੇ 5 ਤੁਹਾਡੇ ਅਧਿਕਾਰ ਆ ਉਹਨਾਂ ਨੂੰ ਦੇਣ ਤੋਂ ਤੁਹਾਨੂੰ ਵਾਂਝਿਆ ਰੱਖਿਆ ਜਾਂਦਾ ਜਾਂ ਸੰਵਿਧਾਨ ਉਹ ਰਾਈਟਸ ਦੇਣ ਤੋਂ ਇਨਕਾਰ ਕਰਦੀ ਆ ਕਿਤੇ ਸਰਕਾਰ, ਅਤੇ ਉਸ ਖਿਲਾਫ ਕਾਨੂੰਨ ਕੋਲ ਪਹੁੰਚਣ ਦਾ ਤੁਹਾਡੇ ਕੋਲ ਅਧਿਕਾਰ ਹੈ। ਤੁਸੀਂ ਅਦਾਲਤ ਵਿੱਚ ਅਪਰੋਚ ਕਰ ਸਕਦੇ ਜੇ। ਯੂ ਕੈਨ ਗੋ ਟੂ ਜੁਡੀਸ਼ਰੀ, ਯੂ ਕੈਨ ਗੋ ਟੂ ਕੋਰਟਸ, ਯੂ ਕੈਨ ਅਪਰੋਚ ਕੋਰਟਸ। ਹਾਂਜੀ, ਇੱਕ ਇਹ ਸੰਵਿਧਾਨ ਆਰਟੀਕਲ 32 ਦੇ ਵਿੱਚ ਪ੍ਰੋਵੀਜ਼ਨ ਹੈ ਕਿ ਤੁਸੀਂ ਡਾਇਰੈਕਟਲੀ ਸੁਪਰੀਮ ਕੋਰਟ ਕੋਲ ਜਾ ਸਕਦੇ ਹੋ ਜੇ ਤੁਹਾਡੇ ਫੰਡਾਮੈਂਟਲ ਰਾਈਟਸ ਤੋਂ ਤੁਹਾਨੂੰ ਵਾਂਝੇ ਜਾਂ ਤੁਹਾਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹੈ ਕਿਤੇ ਕੋਈ ਸਰਕਾਰ। ਇਹ ਨੇ ਜੀ ਤੁਹਾਡੇ 6 ਮੁੱਢਲੇ ਅਧਿਕਾਰ ਜਿਹੜੇ ਭਾਰਤੀ ਸੰਵਿਧਾਨ ਦੇ ਵਿੱਚ ਦਿੱਤੇ ਗਏ ਨੇ। ਅਗਲੀ ਵੀਡੀਓ ਦੇ ਵਿੱਚ ਹੋਰ ਵਿਸਤਾਰ ਸਹਿਤ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਜਾਏਗੀ। ਥੈਂਕ ਯੂ, ਥੈਂਕਸ ਫॉर ऑल।